ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਕਮਲਪ੍ਰੀਤ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ। ਦੋਰਾਹਾ ਲਾਗੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਮੌਤ। ਵਿਅਕਤੀ ਦਾ ਕਤਲ ਕਰਕੇ ਲਾਸ਼ ਨੂੰ ਦਰਖਤ ਨਾਲ ਲਟਕਾਇਆ। ਸੰਗਰੂਰ ਦੇ ਦਿੜਬਾ 'ਚ ਕਰੋਨਾ ਟੈਸਟ ਕਰਨ ਗਈ ਟੀਮ ਤੇ ਹਮਲਾ। ਸੋਨੀਆ ਗਾਂਧੀ ਨੇ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ ਅਤੇ ਹਰੀਕੇ ਮੰਡ ਖੇਤਰ ਵਿੱਚ ਸ਼ਰਾਬ ਤਸਕਰਾਂ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਬਾਕੀ ਦੀਆਂ ਅਹਿਮ ਖਬਰਾਂ। ਜ਼ਿਲ੍ਹਾ ਲੁਧਿਆਣਾ ਵਿਖੇ ਅੱਜ ਸਵੇਰ ਸਮੇਂ ਦੋਰਾਹਾ ਨੇੜੇ ਰਾਸ਼ਟਰੀ ਰਾਜ ਮਾਰਗ ਤੇ ਵਾਪਰੇ ਭਿਆਨਕ ਸੜਕ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਦੋਰਾਹਾ ਥਾਣੇ ਦੇ SHO ਨਛੱਤਰ ਸਿੰਘ ਨੇ ਦੱਸਿਆ ਕਿ ਇੱਕ ਟੈਂਪੂ ਮੋਗਾ ਵੱਲ ਲੇਬਰ ਲੈ ਕੇ ਜਾ ਰਿਹਾ ਸੀ। ਜਦੋਂ ਰਾਸ਼ਟਰੀ ਰਾਜ ਮਾਰਗ ਤੇ ਪੁਲ ਲਾਗੇ ਨਹਿਰ ਵੱਲ ਮੁੜਨ ਲੱਗਾ ਤਾਂ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟੈਂਪੂ 'ਚ ਸਵਾਰ 2 ਔਰਤਾਂ ਅਤੇ ਟਰੱਕ ਚਾਲਕ ਦੇ ਸਹਾਇਕ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸੜਕ ਹਾਦਸੇ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਇਹ ਹਾਈਵੇ ਦੇ ਉੱਤੇ ਇੱਕ ਛੋਟਾ ਟਰੱਕ ਮੁਜ਼ੱਫਰਨਗਰ ਤੋਂ ਭੱਠੇ ਦੀ ਲੇਬਰ ਲੈ ਕੇ ਮੋਗੇ ਨੂੰ ਜਾ ਰਿਹਾ ਸੀ। ਉਹਦੇ ਪਿੱਛੇ ਇੱਕ ਦਿੱਲੀ ਤੋਂ ਟਰੱਕ ਫਲਾਈਬੋਰਡ ਲੈ ਕੇ ਅੰਮ੍ਰਿਤਸਰ ਲਈ ਜਾ ਰਿਹਾ ਸੀ। ਉਹ ਜਦੋਂ ਇੱਥੇ ਦੁਰਾਹੇ ਪਹੁੰਚਿਆ ਤਾਂ ਜਿੱਥੋਂ ਇੱਕ ਦੱਖਣੀ ਬਾਈਪਾਸ ਨਿਕਲਦਾ ਮੋਗੇ ਲਈ, ਉਹਨੂੰ ਇੱਕਦਮ ਯਾਦ ਨਹੀਂ ਰਿਹਾ। ਉਹਨੇ ਤਾਂ ਮੋਗੇ ਨੂੰ ਜਾਣਾ ਸੀ ਦੱਖਣੀ ਬਾਈਪਾਸ, ਥੋੜ੍ਹਾ ਅੱਗੇ ਹੋਣ ਦੇ ਨਾਤੇ ਉਹਨੇ ਇੱਕਦਮ ਬ੍ਰੇਕ ਮਾਰ ਦਿੱਤੀ। ਜਿਹੜਾ ਮਗਰ ਟਰੱਕ ਆ ਰਿਹਾ ਸੀ ਪਲਾਈ ਵਾਲਾ, ਉਹਦੇ ਪਿੱਛੇ ਲੱਗਿਆ। ਉਹਦੇ ਵਿੱਚ ਲੇਬਰ ਹੋਣ ਕਰਕੇ ਉਹਦੇ 'ਚ 2 ਲੇਡੀਜ਼ ਦੀ ਮੌਕੇ 'ਤੇ ਐਕਸੀਡੈਂਟ ਦੌਰਾਨ ਸੱਟਾਂ ਲੱਗਣ ਕਰਕੇ ਡੈਥ ਹੋ ਗਈ। ਜਿਹੜਾ ਟਰੱਕ ਦਾ ਡਰਾਈਵਰ ਸੀ ਉਹਦੇ ਕੋਈ ਸੱਟਾਂ ਵੱਜੀਆਂ, ਕੰਡਕਟਰ ਉਹਦੇ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਹੈ। ਜਿਹੜੇ 3 ਬੰਦਿਆਂ ਦੀ ਹੁਣ ਤੱਕ ਡੈਥ ਹੋ ਚੁੱਕੀ ਹੈ ਤੇ ਕਰੀਬ 3-4 ਜਿਹੜੇ ਆ ਇੰਜਰਡ ਆ ਜਿਹੜੇ। ਕੀ ਮਾਮਲਾ ਕੀ ਦਰਜ ਕੀਤਾ ਗਿਆ ਜੀ? ਮਾਮਲਾ ਜਿਹੜਾ ਲੇਬਰ ਲੈ ਕੇ ਜਾ ਰਿਹਾ ਸੀ ਛੋਟੇ ਟਰੱਕ ਵਾਲਾ, ਉਹਦਾ ਇਹਦੇ 'ਚ ਕਸੂਰ ਹੈ। ਟਰੱਕ ਵਾਲੇ ਡਰਾਈਵਰ ਦੇ ਪਿਛਲੇ ਦੇ ਜਿਹਦਾ ਕੰਡਕਟਰ ਦੀ ਡੈਥ ਹੋਈ ਹੈ, ਉਹਦੇ ਬਿਆਨਾਂ ਦੇ ਉੱਤੇ ਅਸੀਂ ਇਹਦੇ ਖਿਲਾਫ ਪਰਚਾ ਦਰਜ ਕਰ ਰਹੇ ਹਾਂ। ਹੁਸ਼ਿਆਰਪੁਰ ਦੇ ਟਾਂਡਾ ਬਾਈਪਾਸ ਤੇ ਅੱਜ ਸਵੇਰੇ ਆਊਟਡੋਰ ਸਟੇਡੀਅਮ ਦੇ ਨੇੜੇ ਇੱਕ ਵਿਅਕਤੀ ਦੀ ਦਰਖਤ ਨਾਲ ਲਟਕਦੀ ਲਾਸ਼ ਮਿਲੀ। ਸੈਰ ਕਰ ਰਹੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਾਬਾ ਬੁੱਢਾ ਜੀ ਨਗਰ ਰਾਮਾ ਮੰਡੀ ਜਲੰਧਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਬੰਦੇ ਨੂੰ ਕਤਲ ਕਰਕੇ ਲਟਕਾਇਆ ਗਿਆ ਹੈ। ਤੋਂ ਇਤਲਾਹ ਆਈ ਸੀ ਤਕਰੀਬਨ 20-25 ਮਿੰਟ ਪਹਿਲਾਂ ਕਿ ਇੱਕ ਵਿਅਕਤੀ ਦੀ ਡੈੱਡ ਬੋਡੀ ਹੈਗੀ ਹੈ ਲਾਜਵੰਤੀ ਸਟੇਡੀਅਮ ਦੇ ਲਾਗੇ ਲਟਕਦੀ ਪਈ ਮਿਲੀ ਹੈਗੀ ਆ। ਸੋ ਮੌਕੇ ਤੇ SHO ਮੋਡਲ ਟਾਊਨ ਤੇ ਮੈਂ ਖੁਦ ਆ ਕੇ ਇੱਥੇ ਅਸੀਂ ਤਫਤੀਸ਼ ਵਿੱਚ ਜੁਟੇ ਹੋਏ ਹਾਂ। ਇਹਦੇ ਆਧਾਰ ਕਾਰਡ ਤੋਂ ਪਤਾ ਲੱਗਿਆ ਹੈਗਾ ਕਿ ਇਹਦਾ ਨਾਮ ਜਿਹੜਾ ਹੈਗਾ ਆ ਹੀ ਇਜ਼ ਕੁਲਦੀਪ ਸਿੰਘ, ਹੀ ਇਜ਼ ਫਰੋਮ ਜਲੰਧਰ ਦੇ ਹੈਗੇ ਨੇ ਇਹ। ਬਾਕੀ ਅਸੀਂ FSL ਦੀ ਟੀਮ ਸੱਦ ਲਈ ਹੈਗੀ ਆ, ਮੌਕੇ ਤੇ ਫੋਟੋਗ੍ਰਾਫਰ ਸਰਕਾਰੀ ਸੱਦ ਲਿਆ ਤੇ ਪੂਰੀ ਡੂੰਘਾਈ 'ਚ ਤਫਤੀਸ਼ ਕਰਕੇ ਇਹਦੇ ਡੂੰਘਾਈ ਤੱਕ ਜਾ ਕੇ ਇਹਦੇ ਬੇਸਿਕਲੀ ਇਹਦੇ ਗਲੇ 'ਤੇ ਸ਼ਾਰਪ ਐਜਡ ਵੈਪਨ ਦੇ ਨਾਲ ਤੇਜ਼ ਧਾਰ ਹਥਿਆਰ ਦੇ ਨਾਲ ਇਹਦਾ ਕਤਲ ਕਰਕੇ ਇਹਨੂੰ ਲਟਕਾਇਆ ਗਿਆ ਜਾਪਦਾ ਮੁੱਢਲੇ ਤੌਰ ਤੇ। ਇਹਦੀ ਡੂੰਘਾਈ 'ਚ ਤਫਤੀਸ਼ ਕਰਕੇ ਅੱਗੇ ਤੁਹਾਨੂੰ ਦੱਸਿਆ ਜਾਏਗਾ। ਕਰੋਨਾ ਦੇ ਕਹਿਰ ਨੂੰ ਲੈ ਕੇ ਜਿੱਥੇ ਲੋਕ ਪਰੇਸ਼ਾਨ ਨੇ, ਉੱਥੇ ਹੀ ਸਿਹਤ ਮਹਿਕਮਾ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਮੁਸ਼ਕਲ 'ਚ ਫਸਿਆ ਨਜ਼ਰ ਆ ਰਿਹਾ ਹੈ। ਦਰਅਸਲ ਸੰਗਰੂਰ ਦੇ ਹਲਕਾ ਦਿੜਬਾ 'ਚ ਸੈਂਪਲ ਲੈਣ ਗਈ ਟੀਮ ਤੇ ਲੋਕਾਂ ਵੱਲੋਂ ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਉਹ ਬਿਲਕੁਲ ਠੀਕ ਹਨ, ਇਸ ਲਈ ਉਹ ਸੈਂਪਲ ਨਹੀਂ ਦੇਣਗੇ। ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਜੇਕਰ ਲੋਕ ਉਹਨਾਂ ਦਾ ਸਾਥ ਨਹੀਂ ਦੇਣਗੇ ਤਾਂ ਅਸੀਂ ਕਰੋਨਾ ਤੇ ਫਤਿਹ ਕਿਵੇਂ ਹਾਸਲ ਕਰਾਂਗੇ। ਪੁਲਿਸ ਦਾ ਕਹਿਣਾ ਹੈ ਕਿ ਹਮਲਾ ਕਰਨ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫਰੀਦਕੋਟ ਵਿੱਚ ਵੀ ਕਰੋਨਾ ਵਾਇਰਸ ਦੇ ਟੈਸਟ ਕਰਵਾਉਣ ਤੋਂ ਮੁਹੱਲਾ ਵਾਸੀਆਂ ਨੇ ਇਨਕਾਰ ਕਰ ਦਿੱਤਾ। ਇੱਕ ਇਹ ਜਿਹੜੇ ਕਰੋਨਾ ਵਾਇਰਸ ਵਾਲੇ ਬੰਦੇ ਨੇ ਇਹ ਘਰੇ ਕਿਉਂ ਨਹੀਂ ਮਰਦੇ ਹੈਗੇ, ਮਰਦੇ ਤਾਂ ਹਸਪਤਾਲ 'ਚ ਕਿਉਂ ਮਰਦੇ ਨੇਗੇ? ਇਸ ਗੱਲ ਦਾ ਕੋਈ ਜਵਾਬ ਦੇਣ ਵਾਲਾ ਹੈ? ਇਹ ਜਵਾਬ ਕਿਸੇ ਨੂੰ ਨਹੀਂ ਆਉਂਦਾ ਹੈਗਾ। ਇਸ ਕਰਕੇ ਇਹੀ ਬੇਨਤੀ ਹੈ, ਹੱਥ ਮੰਨ ਕੇ ਸਾਨੂੰ ਗਰੀਬ ਬੰਦੇ ਨੂੰ ਕੋਈ ਪਰੇਸ਼ਾਨ ਨਾ ਕਰੋ, ਕਿਉਂਕਿ ਅਸੀਂ ਤਾਂ ਭੁੱਖ ਨੇ ਪਹਿਲਾਂ ਦੁੱਖ ਨੇ ਪਹਿਲਾਂ ਮਾਰੇ ਪਏ ਨੇ। ਇਸ ਕਾਰਨ ਕਰਕੇ ਆਪ ਜ਼ਿਆਦਾ ਕਿ ਪਬਲਿਕ ਇਹੀ ਕਹਿ ਲੱਗ ਰਹੀ ਹੈ। ਦਿੜਬੇ ਵੱਲੋਂ ਬੋਲਦਾ, ਢੇਹਾ ਬਸਤੀ ਵੱਲੋਂ ਸੰਗਰੂਰ ਰੋਡ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਢੇਹਾ ਬੱਲੀ ਵੱਲੋਂ ਇਹੀ ਮੈਂ ਕਹਾਂਗਾ ਪਿਛਲੇ ਲੋਕਡਾਊਨ ਵਿੱਚ ਬਹੁਤ ਪਰੇਸ਼ਾਨ ਕੀਤੇ ਨੇ। ਮੰਗ ਕੇ ਗੁਰੂ ਘਰ ਦੇ ਵਿੱਚ ਪ੍ਰਸ਼ਾਦੇ ਖਾਤੇ ਨੇ ਔਰ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ। ਹੱਥ ਬਣ ਕੇ ਬਸਤੀ ਵੱਲੋਂ ਮੈਂ ਪ੍ਰਧਾਨ ਬੰਦਾ ਇਹੀ ਬੋਲਦਾ, ਸਾਨੂੰ ਨਾ ਪਰੇਸ਼ਾਨ ਕੀਤਾ ਜਾਵੇ। ਸਾਨੂੰ ਜਿਵੇਂ ਅਸੀਂ ਪਹਿਲਾਂ ਫਿਰਦੇ ਸਾਨੂੰ ਉਵੇਂ ਫਿਰਨ ਦੇ, ਠੀਕ ਹੈ। ਸਾਨੂੰ ਆਪਣੀ ਮਜ਼ਦੂਰੀ ਕਰਨ ਦੇ, ਸਾਡੇ ਨਾਲ ਕੋਈ ਧੱਕਾਸ਼ਾਹੀ ਹੋਣੀ ਨਹੀਂ ਚਾਹੀਦੀ। ਜੇ ਸਾਡੇ ਨਾਲ ਧੱਕਾਸ਼ਾਹੀ ਹੋਈ ਤਾਂ ਦਿੜਬੇ ਦੇ ਵਿੱਚ ਸਾਡੇ ਜ਼ਿੰਮੇਵਾਰ ਪੁਲਿਸ ਹੀ ਹੋਊਗੀ, ਜਨਾਬ ਹੀ ਹੋਣਗੇ। ਸਾਡੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਹੈਗਾ। ਬਸ ਜਿਵੇਂ ਹੈਗੇ ਅਸੀਂ ਸੇਫ ਹਾਂ। ਅਸੀਂ ਜੇ ਸਾਨੂੰ ਕੋਈ ਪ੍ਰੋਬਲਮ ਦਿੱਕਤ ਲੱਗੂਗੀ ਤਾਂ ਅਸੀਂ ਆਪਣੇ ਆਪ ਤੁਹਾਨੂੰ ਫੋਨ ਮਾਰ ਕੇ ਆਪਣੇ ਆਪ ਕਹਾਂਗੇ।
ਜੇ ਡਾਕਟਰ ਆਉਂਦੇ ਨੇ ਜਾਂ ਕੋਈ ਮੁਲਾਜ਼ਮ ਬੰਦੇ ਤੁਹਾਨੂੰ ਤੰਗ ਕਰਦੇ ਨੇ, ਡਾਂਗ ਫੇਰ ਦੋ ਕੇਰਾ ਦੀ। ਇਹ ਲੋਸਮੈਂਟ ਗੱਡੀ ਉੱਤੇ ਵੀ ਹੋਣ ਲੱਗ ਰਹੀ ਹੈ, ਮਰੂਤੀ ਉੱਤੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਟਿਕਾ ਕੇ ਇਹਨਾਂ ਦੀ ਸੈਂਪਲਿੰਗ ਲਈ ਜਾਵੇ ਤੇ ਸੈਂਪਲ ਲੈਣ ਤੋਂ ਬਾਅਦ ਜੇ ਕੋਈ ਇਹਨਾਂ ਦਾ ਮਰੀਜ਼ ਆਊਗਾ ਤਾਂ ਉਹਨੂੰ ਇੱਥੇ ਹੀ ਘਰ ਦੇ ਵਿੱਚ ਉਹ ਕਰਾਂਗੇ। ਕਿਸ ਤਰ੍ਹਾਂ ਇਹਨਾਂ ਵੱਲੋਂ ਰੋੜੇ ਵਗੈਰਾ ਵੀ ਚਲਾਏ ਜਾ ਰਹੇ ਨੇ? ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਮਝਾ ਕੇ ਬਜਾ ਕੇ ਇਹਨਾਂ ਦਾ ਸੈਂਪਲਿੰਗ ਲੈ ਲਈਏ ਜੀ। ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਊਗੀ ਜਿਹੜੀ ਰੋੜੇ ਵਗੈਰਾ ਚਲਾਏ? ਜੇ ਰੋੜੇ ਚਲਾਏ ਗਏ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਵੀ ਕੀਤੀ ਜਾਊਗੀ ਜੀ। ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਦੀ ਹੋਊਗੀ ਉਹ ਕਰਾਵਾਂਗੇ। ਕਿਸੇ ਦੇ ਲੱਗਿਆ ਵੀ ਹੈ ਜੀ ਜਾਂ ਬਚਤ ਰਹੀ ਹੈ? ਨਹੀਂ, ਹਾਲ ਦੀ ਘੜੀ ਬਚਤ ਰਹੀ ਹੈ, ਕੋਈ ਰੋੜਾ ਨਹੀਂ ਲੱਗਾ। ਮੁਲਾਜ਼ਮ ਦੇ ਵੀ ਲੱਗੇ ਹੈਗੇ ਨੇ ਜੀ ਰੋੜੇ ਵਗੈਰਾ? ਮੇਰੇ ਨਹੀਂ ਧਿਆਨ ਚ ਹੈਗਾ। ਠੀਕ ਹੈ, ਕੋਈ ਹਾਂਜੀ, ਮੇਰੇ ਧਿਆਨ ਚ ਵੀ ਨਹੀਂ ਹੈਗਾ। ਵੈਸੇ ਮੁਲਾਜ਼ਮਾਂ ਦੇ ਰੋੜੇ ਪੱਟੇ ਚਲਾਏ ਮਾਮਲਾ ਕੀ ਸੀ? ਸੈਂਪਲਿੰਗ ਲੈਣ ਦਾ ਮਾਮਲਾ? ਸੈਂਪਲਿੰਗ ਮੰਨ ਲੈਣ ਦਾ ਮਾਮਲਾ ਜੀ। ਅੱਛਾ, ਫਿਰ ਹੁਣ ਕੀ ਕਹਿੰਦੇ ਵੀ ਦੇਣੇ ਨਹੀਂ ਸੈਂਪਲ ਇਹਨਾਂ ਨੇ? ਫਿਲਹਾਲ ਇਹ ਨਾ ਕਰ ਰਹੇ ਨੇ ਵੀ ਸੈਂਪਲਿੰਗ ਨਹੀਂ ਲੈਣੀ। ਅਸੀਂ ਇਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਵਾਰ-ਵਾਰ ਬੇਨਤੀ ਕਰਦੇ ਹਾਂ ਵੀ ਤੁਸੀਂ ਭਾਈ ਆਪਣੀ ਸੈਂਪਲਿੰਗ ਦਿਓ, ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈਗੀ ਜਿਹੜੇ ਸੈਂਪਲਿੰਗ ਨਾਲ ਤੁਹਾਨੂੰ ਕੋਈ ਦਿੱਕਤ ਆਊਗੀ। ਕੰਟੇਨਮੈਂਟ ਜ਼ੋਨ ਬਣਾਇਆ ਜੀ? ਇਹ ਕੰਟੇਨਮੈਂਟ ਜ਼ੋਨ ਬਣਾਇਆ। ਪਹਿਲਾਂ ਹੋਰ ਵੀ ਦਿਲਵੇ ਦੇ ਵਿੱਚ ਹੈਗਾ ਕੋਈ ਜਾਂ ਪਹਿਲਾਂ ਕੰਟੇਨਮੈਂਟ? ਨਹੀਂ, ਪਹਿਲਾਂ ਕੰਟੇਨਮੈਂਟ ਜ਼ੋਨ ਬਣਾਇਆ ਹਜੇ, ਪਹਿਲਾਂ ਇਹ ਤੋਂ ਪਹਿਲਾਂ ਕੋਈ ਨਹੀਂ ਹੋਣਾ ਹੈਗਾ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕੈਪਟਨ ਅਮਰਿੰਦਰ ਸਿੰਘ, ਮਮਤਾ ਬੈਨਰਜੀ, ਉद्धਵ ਠਾਕਰੇ ਤੇ ਹੇਮੰਤ ਸੋਰੇਨ ਸਣੇ 7 ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਇਸ ਮੀਟਿੰਗ ਦੌਰਾਨ ਉਹਨਾਂ GST, ਨਵੀਂ ਸਿੱਖਿਆ ਨੀਤੀ ਤੇ ਨੀਟ ਪ੍ਰੀਖਿਆ ਨੂੰ ਲੈ ਕੇ ਚਰਚਾ ਕੀਤੀ। ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ GST ਉੱਤੇ ਸੂਬਿਆਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰ ਕਰਨਾ ਮੋਦੀ ਸਰਕਾਰ ਵੱਲੋਂ ਸੂਬਿਆਂ ਦੇ ਲੋਕਾਂ ਨਾਲ ਧੋਖੇ ਤੋਂ ਇਲਾਵਾ ਕੁਝ ਨਹੀਂ ਹੈ। ਦੱਸ ਦਈਏ ਕਿ GST ਕਾਨੂੰਨ ਦੇ ਤਹਿਤ GST ਲਾਗੂ ਹੋਣ ਤੋਂ ਬਾਅਦ ਦੇ 5 ਸਾਲ ਤੱਕ ਸੂਬਿਆਂ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਭਰਪਾਈ ਕੇਂਦਰ ਸਰਕਾਰ ਨੇ ਕਰਨੀ ਹੈ। ਉਹਨਾਂ ਨੇ ਰਾਸ਼ਟਰੀ ਸਿੱਖਿਆ ਨੀਤੀ ਬਾਰੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਨਾਲ ਸੰਬੰਧਿਤ ਐਲਾਨ ਸੱਚਮੁੱਚ ਸਾਨੂੰ ਚਿੰਤਿਤ ਕਰ ਰਹੇ ਹਨ। ਅਸਲ ਵਿੱਚ ਇਹ ਇੱਕ ਝਟਕਾ ਹੈ। ਵਿਦਿਆਰਥੀਆਂ ਤੇ ਪ੍ਰੀਖਿਆਵਾਂ ਦੀਆਂ ਹੋਰ ਮੁਸ਼ਕਲਾਂ ਨੂੰ ਵੀ ਲਾਪਰਵਾਹੀ ਨਾਲ ਨਜਿੱਠਿਆ ਜਾ ਰਿਹਾ ਹੈ। In the meeting of the Standing Committee of Finance on the 11th August 2020, the Finance Secretary, Government of India, clearly stated that the central government is not in a position to pay the mandatory GST compensation of 14% for the current year. So this refusal to compensate the state is nothing short of betrayal on the part of the Modi government, betrayal of state governments and of the people of India. So on the other hand, the central government continues to profiteer from unilateral cesses which are not shareable with states, and they corner these revenues. There are other announcements like the national education policy that should really worry us, because, and it is a setback. It is actually a setback of for progressive, secular, and scientific values, and it actually displays. It reveals the insensitivity of what the states have been saying. There are other problems of students and examinations. These are also being dealt with uncaringly. ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਤੋਂ ਬਾਅਦ ਪੁਲਿਸ ਨੇ ਸ਼ਰਾਬ ਤਸਕਰਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਜੰਗਲੀ ਜੀਵ ਤੇ ਵਨ ਵਿਭਾਗ ਦੇ ਸਹਿਯੋਗ ਨਾਲ ਹਰੀਕੇ ਝੀਲ ਦੇ ਮੰਡ ਖੇਤਰ ਵਿੱਚ ਸ਼ਰਾਬ ਤਸਕਰਾਂ ਖਿਲਾਫ ਹੱਲਾ ਬੋਲਿਆ ਅਤੇ ਇਸ ਕਾਰਵਾਈ ਦੌਰਾਨ ਪੁਲਿਸ ਨੂੰ 6600 ਲੀਟਰ ਲਾਹਨ, 10 ਤਰਪਾਲਾਂ, 9 ਡਰਮ, 7 ਕਿਸ਼ਤੀਆਂ ਅਤੇ ਹੋਰ ਸਮਾਨ ਬਰਾਮਦ ਹੋਇਆ। ਇਸ ਮੌਕੇ ਪੁਲਿਸ ਵੱਲੋਂ ਡਰੋਨਾਂ ਦੀ ਮਦਦ ਨਾਲ ਸ਼ਰਾਬ ਤਸਕਰਾਂ ਦੇ ਅੱਡਿਆਂ ਦਾ ਪਤਾ ਲਗਾਇਆ ਅਤੇ ਲਾਹਨ ਤੇ ਹੋਰ ਸਮਾਨ ਬਰਾਮਦ ਕੀਤਾ ਤੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ। ਮਾਨਯੋਗ SSP ਸਾਹਿਬ ਹੁਕਮਾਂ ਦੇ ਮੁਤਾਬਕ ਐਕਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਮਰੜ ਮੰਡ ਏਰੀਆ ਦੇ ਵਿੱਚ ਰੇਡ ਕੀਤਾ ਗਿਆ, ਜਿੱਥੇ ਭਾਰੀ ਮਾਤਰਾ ਵਿੱਚ ਲਾਹਣ ਤੇ ਡਰਮ ਤੇ ਕਿਸ਼ਤੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ। ਉਹ 7 ਬੰਦਿਆਂ ਦੇ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਗਿਆ ਵਾ। ਉਹਨਾਂ ਦੀ ਗ੍ਰਿਫਤਾਰੀ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਲ੍ਹਾ ਸੰਗਰੂਰ ਦੇ ਦਿੜਬਾ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਬੈਰਸੀਆਣਾ ਸਾਹਿਬ ਵਿਖੇ ਨਵੇਂ ਉਸਾਰੇ ਦਰਬਾਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਮੌਕੇ ਸ਼ਾਮਲ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਦਿੜਬਾ ਇਲਾਕੇ ਦੀ ਸੰਗਤ ਨੇ ਇਕੱਠੇ ਹੋ ਕੇ ਬਹੁਤ ਹੀ ਸ਼ਾਨਦਾਰ ਤੇ ਸੁੰਦਰ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਹੈ,
ਜਿਸ ਲਈ ਜਿੱਥੇ ਸਾਰੀ ਸੰਗਤ ਵਧਾਈ ਦੀ ਪਾਤਰ ਹੈ, ਉੱਥੇ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ, ਜਿਸ ਨੇ ਪੂਰੀ ਜ਼ਿੰਮੇਵਾਰੀ ਨਾਲ ਸੇਵਾ ਨਿਭਾ ਕੇ ਦਰਬਾਰ ਸਾਹਿਬ ਨੂੰ ਤਿਆਰ ਕਰਵਾਇਆ, ਵਿਸ਼ੇਸ਼ ਤੌਰ ਤੇ ਵਧਾਈ ਦੀ ਪਾਤਰ ਹੈ। ਇਸ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਆਏ ਫੈਸਲੇ ਸੰਬੰਧੀ ਪੁੱਛੇ ਸਵਾਲ ਤੇ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ ਦੀ ਸਰਵਉੱਚ ਸੰਸਥਾ ਹੈ। ਇਸ ਦੇ ਫੈਸਲੇ ਦਾ ਸਵਾਗਤ ਕਰਨਾ ਅਤੇ ਉਸ ਨੂੰ ਮੰਨਣਾ ਸਾਰੇ ਸਿੱਖਾਂ ਦਾ ਫਰਜ਼ ਹੈ। ਢੱਡਰੀਆਂ ਵਾਲੇ ਕਹਿੰਦੇ ਜੀ ਵੀ ਜੇਕਰ ਕੋਈ ਮਾਮਲਾ ਮੇਰੇ ਉੱਤੇ ਆਉਂਦਾ ਹੈਗਾ ਤਾਂ ਜਿਵੇਂ ਸਿੱਖ ਪ੍ਰਚਾਰਕ ਕਹਿੰਦੇ ਨੇ ਵੀ ਸਿੱਖ ਦਾ ਪ੍ਰਚਾਰ ਕਰਨਾ ਚਾਹੀਦਾ, ਸਿੱਖੀ ਦਾ ਵੀ ਅਸੀਂ ਪ੍ਰਚਾਰ ਕਰਦੇ ਹਾਂ। ਵੀ ਇਹਨਾਂ ਨੇ ਵੀਡੀਓ ਪਾਈ ਹੈਗੀ ਆ ਵੀ ਕੋਈ ਵੀ ਧਰਮ ਦਾ ਪ੍ਰਚਾਰ ਜੇ ਰਣਜੀਤ ਸਿੰਘ ਢੱਡਰੀਆਂ ਵਾਲੇ ਕਰਦੇ ਨੇ ਤਾਂ ਵੀਡੀਓ ਵੀ ਨਾ ਸੁਣੋ ਇਹਦੀ। ਉਹ ਤਾਂ ਪਹਿਲਾਂ ਹੀ ਮੈਂ ਕਹਿ ਸਕਦਾ ਦੇਖੋ ਜੀ, ਇਹ ਅਕਾਲ ਤਖ਼ਤ ਸਾਹਿਬ ਦਾ ਮਾਮਲਾ ਹੈ, ਇਹਦੀ ਤਾਂ ਕੋਈ ਕਮੈਂਟ ਨਹੀਂ ਕੋਈ ਦੇ ਸਕਦਾ, ਨਾ ਮੈਂ ਦੇ ਸਕਦਾ ਨਾ ਕੋਈ ਹੋਰ ਦੇ ਸਕਦਾ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਮਲਾ ਹੈ, ਇਹ ਉੱਥੇ ਜਾ ਕੇ ਹੱਲ ਹੋ ਸਕਦਾ, ਉੱਥੇ ਆਪਣੀ ਕੋਈ ਹਰ ਇੱਕ ਬੰਦਾ ਆਪਣੀ ਗੱਲ ਕਰ ਸਕਦਾ। ਜਦੋਂ ਉਹਨਾਂ ਨੇ ਕਹਿ ਦਿਆ ਸੀ ਉਹ ਸਿੰਘ ਸਾਹਿਬ ਨੇ ਕਹਿਤਾ ਜੀ, ਸਾਰਾ ਕੁਝ ਸਾਰੇ ਸਾਹਮਣੇ ਆ ਗਿਆ। ਹੁਣ ਜੋ ਕੁਝ ਕਹਿੰਦਾ ਸਿੰਘ ਸਾਹਿਬ, ਆਪਾਂ ਕੀ ਕਹਿੰਦੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ। ਜੋ ਅਕਾਲ ਤਖ਼ਤ ਸਾਹਿਬ ਕਹਿੰਦੇ ਉਹ ਬਿਲਕੁਲ ਅਸੀਂ ਉਹਦੇ ਨਾਲ ਸਹਿਮਤ ਹਾਂ। ਅਕਾਲ ਤਖ਼ਤ ਦੇ ਫੈਸਲੇ ਨਾਲ ਕੇਂਦਰ ਸਰਕਾਰ ਵੱਲੋਂ ਜਾਰੀ 3 ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਬਿੱਲ ਦੇ ਵਿਰੋਧ ਵਿੱਚ 25 ਤੋਂ 29 ਅਗਸਤ ਤੱਕ ਪਿੰਡਾਂ ਵਿੱਚ ਅਕਾਲੀ ਭਾਜਪਾ ਆਗੂਆਂ ਨੂੰ ਵੜਨ ਤੋਂ ਰੋਕਣ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਮਾਨਸਾ ਦੇ 81 ਪਿੰਡਾਂ ਵਿੱਚ ਨਾਕਾਬੰਦੀ ਕੀਤੀ ਗਈ। ਦੂਜੇ ਦਿਨ ਵੀ ਪਿੰਡਾਂ 'ਚ ਨਾਕਾਬੰਦੀ ਜਾਰੀ ਰਹੀ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ, ਬਿਜਲੀ ਬਿੱਲ 2020 ਵਾਪਸ ਲਿਆ ਜਾਵੇ ਅਤੇ ਡੀਜ਼ਲ ਦੀਆਂ ਕੀਮਤਾਂ ਤੋਂ ਟੈਕਸ ਘਟਾ ਕੇ ਖੇਤੀ ਖੇਤਰ ਨੂੰ ਅੱਧੀ ਕੀਮਤ ਤੇ ਡੀਜ਼ਲ ਦਿੱਤਾ ਜਾਵੇ। ਕਿਸਾਨ ਹਰਚਰਨ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ 3 ਆਰਡੀਨੈਂਸਾਂ ਨਾਲ ਕਿਸਾਨਾਂ ਦਾ ਉਜਾੜਾ ਲਗਭਗ ਤੈਅ ਹੈ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਮਜ਼ਦੂਰਾਂ ਅਤੇ ਆੜ੍ਹਤੀਆਂ ਤੇ ਵੀ ਪਵੇਗਾ। ਉਨ੍ਹਾਂ ਕਿਹਾ ਕਿ ਨਾਕਾਬੰਦੀ ਪ੍ਰਦਰਸ਼ਨ 29 ਅਗਸਤ ਤੱਕ ਜਾਰੀ ਰਹੇਗਾ ਅਤੇ ਅਕਾਲੀ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਸਾਡੀਆਂ ਮੰਗਾਂ ਨੇ ਜਿਹੜੀਆਂ ਕੇਂਦਰ ਸਰਕਾਰ ਵੱਲੋਂ WTO ਦੇ ਏਜੰਡੇ ਤਹਿਤ ਸਭ ਕਾਸੇ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਉਹਦੇ ਅਧੀਨ ਹੀ ਇਹਨਾਂ ਨੇ ਖੇਤੀ ਦੇ ਸੰਬੰਧੀ 3 ਆਰਡੀਨੈਂਸ ਜਾਰੀ ਕੀਤੇ ਨੇ, ਜਿਹਦੇ ਵਿੱਚ ਕਿਸਾਨਾਂ ਦਾ ਉਜਾੜਾ ਲਗਭਗ ਤੈਅ ਹੈ। ਇਹਦੇ ਨਾਲ ਮਜ਼ਦੂਰਾਂ ਦਾ ਵੀ, ਆੜ੍ਹਤੀਆਂ ਦਾ ਵੀ, ਸਾਰਿਆਂ ਤੇ ਇਹ ਗੱਲ ਅਸਰ ਕਰੂਗੀ। ਅਸੀਂ ਇਹਦੇ ਵਿਰੋਧ ਦੇ ਵਿੱਚ ਜ਼ਿਲ੍ਹੇ ਦੇ 82 ਪਿੰਡਾਂ ਦੇ ਵਿੱਚ ਲਗਾਤਾਰ 29 ਤਰੀਕ ਤੱਕ ਆਪਦਾ ਜ਼ੋਰਦਾਰ ਪ੍ਰੋਟੈਸਟ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਵੀ ਇਹ ਕਰਦੇ ਰਹਾਂਗੇ। ਕੋਰੋਨਾ ਵਾਇਰਸ ਹੁਣ ਪੰਜਾਬ ਦੇ ਸਿਆਸੀ ਆਗੂਆਂ ਦੁਆਲੇ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ ਸੂਬੇ ਦੇ ਵੱਡੀ ਗਿਣਤੀ 'ਚ ਸਿਆਸੀ ਆਗੂ ਕੋਰੋਨਾ ਦੇ ਲਪੇਟੇ ਵਿੱਚ ਆਏ ਹਨ। ਸੂਬੇ ਵਿੱਚ ਹੁਣ ਤੱਕ 4 ਮੰਤਰੀਆਂ ਸਣੇ 23 ਵਿਧਾਇਕ ਪੋਜ਼ਿਟਿਵ ਆਏ ਹਨ। ਹੁਸ਼ਿਆਰਪੁਰ ਜ਼ਿਲ੍ਹੇ 'ਚ 79 ਹੋਰ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਦੇ ਨਾਲ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 1224 ਹੋ ਗਈ ਹੈ, ਜਦਕਿ ਇੱਕ ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 33 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸੰਬੰਧਿਤ 1313 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟ 'ਚ 79 ਸੈਂਪਲ ਪੋਜ਼ਿਟਿਵ ਆਏ ਹਨ। ਸਮਾਣਾ ਸ਼ਹਿਰ 'ਚ ਪਟਿਆਲਾ ਕੋਟ ਸਪਿਨ ਦੇ 65 ਮਜ਼ਦੂਰ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪਠਾਨਕੋਟ 'ਚ 42 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ। ਲੁਧਿਆਣਾ ਵਿੱਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿੱਚੋਂ 14 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 207 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਜੋ ਗੌਰਮੈਂਟ ਦੀਆਂ ਹਦਾਇਤਾਂ ਹਨ, ਉਹਨਾਂ ਦੇ ਮੁਤਾਬਕ ਅਸੀਂ ਹੁਣ ਤੱਕ 54,038 ਲੋਕਾਂ ਦੇ ਕੋਵਿਡ-19 ਦੇ ਟੈਸਟ ਕਰਵਾ ਚੁੱਕੇ ਹਾਂ ਔਰ ਇਹਨਾਂ ਵਿੱਚੋਂ 1244 ਲੋਕ ਜਿਹੜੇ ਹੈ ਹੁਣ ਤੱਕ ਪੋਜ਼ਿਟਿਵ ਆਏ ਹੈ ਔਰ 49,346 ਲੋਕ ਜਿਹੜੇ ਹੈ ਉਹ ਹੁਣ ਤੱਕ ਨੈਗੇਟਿਵ ਆ ਚੁੱਕੇ ਆ ਔਰ 33 ਡੈਥਸ ਨੇ ਜਿਹੜੀਆਂ ਉਹ ਰਿਪੋਰਟ ਹੋਈਆਂ ਹੁਣ ਤੱਕ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੀਆਂ ਔਰ 899 ਲੋਕ ਜਿਹੜੇ ਹੈਗੇ ਆ ਹੁਣ ਤੱਕ ਜਿਹੜੇ ਟੋਟਲੀ ਕਿਉਰ ਹੋ ਚੁੱਕੇ ਆ ਔਰ ਘਰ ਚਲੇ ਜਾ ਚੁੱਕੇ ਆ ਔਰ 51 ਬੰਦੇ ਜਿਹੜੇ ਹੋਮ ਆਈਸੋਲੇਸ਼ਨ 'ਚ ਨੇ ਔਰ ਅੱਜ ਦੀ ਰਿਪੋਰਟ ਦੇ ਮੁਤਾਬਕ 1313 ਸੈਂਪਲਾਂ 'ਚੋਂ ਜਿਹੜੇ ਹੈ 79 ਬੰਦੇ ਜਿਹੜੇ ਹੈਗੇ ਆ ਪੋਜ਼ਿਟਿਵ ਆਏ ਆ, ਜਿਹਨਾਂ ਨੂੰ ਅਸੀਂ ਕੁਆਰੰਟਾਈਨ ਕਰਨਾ ਔਰ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਫਿਜ਼ੀਕਲ ਡਿਸਟੈਂਸਿੰਗ ਅਤੇ ਆਪਣਾ ਹੈਂਡ ਵਾਸ਼ਿੰਗ ਅਤੇ ਮਾਸਕ ਜਿਹੜਾ ਪਹਿਨਣਾ ਬਹੁਤ ਜ਼ਰੂਰੀ ਹੈ ਔਰ ਜਦੋਂ ਵੀ ਘਰੋਂ ਬਾਹਰ ਨਿਕਲਣਾ ਤਾਂ ਮਾਸਕ ਲੈ ਕੇ ਬਾਹਰ ਨਿਕਲਣਾ ਤਾਂ ਕਿ ਜਿਹੜੀ ਇਹਦੀ ਰੋਕਥਾਮ ਹੈ ਉਹ ਹੋ ਸਕੇ।
ਕਰਤਾਰਪੁਰ ਕੋਰੀਡੋਰ ਸੰਬੰਧੀ ਪਾਕਿਸਤਾਨੀ ਇੰਜੀਨੀਅਰਾਂ ਦੀ ਟੀਮ ਵੀਰਵਾਰ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਚੁੱਕੀ। ਦਰਅਸਲ ਪਾਕਿਸਤਾਨ ਵਾਲੇ ਪਾਸੇ ਕੋਰੀਡੋਰ ਤੇ ਰਾਵੀ ਪੁਲ ਬਣਾਉਣਾ ਬਾਕੀ ਹੈ। ਹੁਣ ਪਾਕਿਸਤਾਨ ਦੀ ਤਕਨੀਕੀ ਟੀਮ ਆਉਣ ਤੇ ਭਾਰਤ ਪਾਕਿਸਤਾਨ ਵੱਲੋਂ ਸਾਂਝਾ ਸਰਵੇਖਣ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਰਾਵੀ ਪੁਲ ਦਾ ਕੰਮ ਆਰੰਭ ਹੋ ਜਾਵੇਗਾ। ਪਾਕਿਸਤਾਨ ਤੋਂ 7 ਇੰਜੀਨੀਅਰਾਂ ਦੀ ਟੀਮ ਵੀਰਵਾਰ ਡੇਰਾ ਬਾਬਾ ਨਾਨਕ ਵਿਖੇ ਪਹੁੰਚੇਗੀ। ਇਸ ਮੌਕੇ ਭਾਰਤ ਵਾਲੇ ਪਾਸੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ अधिकारी हाजिर रहणगे। दिल्ली के मुख मंत्री अरविंद केजरीवाल ने ऐलान किया है कि जेकर लोड़ पई तां कोरोना तो ठीक हुए मरीजों को घर तक ही ऑक्सीजन की सुविधा पहुंचाई जाएगी। अक्सर देखा गया है कि कोरोना वायरस तो ठीक होने मगरों भी कुछ लोगों को साह लैण च तकलीफ आउंदी है। ऐसे च दिल्ली सरकार ने लोगों को मुफ्त ऑक्सीजन मुहैया करवाउण दा दावा किया है। थोड़ा सा नया ट्रेंड देखने को मिल रहा है कुछ दिनों से कि लोग अस्पताल से ठीक होके घर आ जाते हैं, कोरोना नेगेटिव हो जाते हैं, लेकिन उनके कई सारे सिम्टम्स दूर नहीं हो रहे। उनकी सांस की तकलीफ बनी रहती है, ऑक्सीजन की कमी बनी रहती है और ऐसे कुछ मरीजों की कोरोना ठीक होने के बाद भी डेथ हो गई है। कुछ लोगों की, बहुत कुछ लोगों की। हमारे हेल्थ मिनिस्टर ही अगर हम देख लें, सत्येंद्र जैन साहब, हालांकि वो ठीक होके घर आ गए थे, लेकिन घर आने के बाद भी उनको काफ़ी दिन लग गए पूरी तरह से ठीक होने में। तो सरकार ने ये निर्णय लिया है कि जो जो लोग अस्पताल से ठीक होके घर आ जाते हैं, उनको अगर सिम्टम्स हैं और ज़रूरत है, डॉक्टर कहते हैं, तो उनको ऑक्सीमीटर घर पे कुछ दिन के लिए और दे देंगे। और अगर ऑक्सीमीटर पे उनकी ऑक्सीजन कम हो जाती है और ज़रूरत पड़ती है तो ऑक्सीजन कॉन्सेंट्रेटर, जिससे वो घर पे ही ऑक्सीजन ले सकते हैं, उनको फिर अस्पताल जाने की जरूरत नहीं है। उनके लिए घर पे ही ऑक्सीजन का इंतजाम सरकार फ्री में कर देगी, ताकि उनको दोबारा घर पे वहां जाने की जरूरत ना पड़े। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ ਤੁਹਾਡੀ ਖਿਦਮਤ ਦੇ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।